ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਤੁਲਸੀਦਾਸ ਜੀ ਦਾ ਇੱਕ ਬੜਾ ਸੁੰਦਰ ਦੋਹਾ ਹੈਗਾ ਕਿ ਮਾਇਆ ਮਗਨ ਮਹੰਤ ਕੇ ਤੁਮ ਮਤ ਬੈਠੋ ਪਾਸ, ਕੌਰੀ ਬਦਲੇ ਲੜ ਮੂਏ ਕਥਨੀ ਕਥੇ 50। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਮਹੰਤ ਜਿਹੜੇ ਸੰਤ ਮਾਇਆ ਧਾਰੀ ਨੇ, ਕਹਿੰਦੇ ਇਹੋ ਜਿਹੜੇ ਮਾਇਆਧਾਰੀ ਸੰਤ ਹੈਗੇ ਆ, ਇਹਨਾਂ ਦੇ ਪਾਸ ਕਦੇ ਭੁੱਲ ਕੇ ਵੀ ਕੋਲ ਨਹੀਂ ਬੈਠਣਾ ਚਾਹੀਦਾ। ਕਿਉਂਕਿ ਇਹੋ ਜਿਹੇ ਮਹੰਤ ਇੱਕ ਕੌਡੀ ਦੇ ਬਦਲੇ ਕਹਿੰਦੇ ਦੂਸਰੇ ਦੇ ਨਾਲ ਝਗੜਾ ਮੁੱਲ ਲੈ ਲੈਂਦੇ ਆ। ਤੇ ਅੱਗੇ ਲਿਖਿਆ ਹੈ ਕਥਨੀ ਕਥੇ 50, ਪਰ ਗਿਆਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਸੰਗਤਾਂ ਨੂੰ ਸੁਣਾਉਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ ਕਿ ਸੰਤ ਤੇ ਅਸੰਤ ਦੀ ਪਹਿਚਾਣ ਕੀ ਹੁੰਦੀ ਹੈਗੀ ਆ। ਸੋ ਇਸ ਕਰਕੇ ਸਾਨੂੰ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਦੱਸਿਆ ਹੈਗਾ ਕਿ ਜੈਸੇ ਕਰਪੂਨ ਲੋਨ ਏਕ ਸੇ ਦਿਖਾਈ ਦੇਤ, ਕੇਸਰ ਇੱਕ ਸੁੰਭ ਸੰਸਾਰ ਅਰੁਨਾਈ ਕੇ। ਦੇਖੋ ਭਾਈ ਸਾਹਿਬ ਨੇ ਦੱਸਦੇ ਆ ਕਿ ਜਿਵੇਂ ਕਪੂਰ ਹੋਵੇ ਤੇ ਨਮਕ ਹੋਵੇ, ਦੋਨਾਂ ਦਾ ਰੰਗ ਸਫੇਦ ਹੁੰਦਾ ਹੈਗਾ। ਇਸ ਤਰ੍ਹਾਂ ਜਿਵੇਂ ਕੇਸਰ ਵਾ ਤੇ ਕਸੁੰਭੇ ਦੀਆਂ ਜਿਹੜੀਆਂ ਪੱਤੀਆਂ ਫੁੱਲ ਆ, ਇਹਨਾਂ ਦਾ ਰੰਗ ਜਿਹੜਾ ਹੈ ਨਾ ਬਿਲਕੁਲ ਇੱਕੋ ਜਿਹਾ ਹੁੰਦਾ ਹੈਗਾ। ਸੋ ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਅੰਤਰ ਸਮਝਣਾ ਹੈ ਨਾ, ਉਹ ਆਮ ਵਾਸਤੇ ਇੱਕ ਭੁਲੇਖਾ ਪਾਉ ਹੁੰਦਾ। ਪਹਿਲਾ ਪ੍ਰਮਾਣ ਤਾਂ ਭਾਈ ਸਾਹਿਬ ਹੁਣਾਂ ਨੇ ਦਿੱਤਾ ਹੈਗਾ। ਦੂਸਰਾ ਪ੍ਰਮਾਣ ਭਾਈ ਸਾਹਿਬ ਹੁਣਾਂ ਨੇ ਦਿੱਤਾ ਹੈਗਾ ਰੂਪੋ ਕੈਸੀ ਦੋਨੋਂ ਜੈਸੇ ਉਜਲ ਵਰਨ ਹੋਤ, ਕਾਜਲ ਔਰ ਚੋਆ ਹੈ ਸਮਾਨ ਸ਼ਿਆਮ ਤਾਈ ਕੇ। ਕਹਿੰਦੇ ਰੂਪੋ ਕਾਸੀ ਦੋਨੋਂ ਜੈਸੇ, ਕਹਿੰਦੇ ਦੇਖੋ ਰੂਪੋ ਭਾਵ ਕੀ ਹੈ, ਚਾਂਦੀ ਨੂੰ ਕਹਿ ਦਿੰਦੇ ਆ। ਚਾਂਦੀ ਤੇ ਕਾਂਸੀ ਕਹਿੰਦੇ ਦੋਨੇ ਹਨ ਜਿਹੜੇ ਇਹ ਧਾਤਾਂ ਹੈਗੀਆਂ, ਇਹ ਉਜਲ ਹੈ, ਭਾਵ ਕੀ ਆ ਇੱਕੋ ਜਿਹੀਆਂ ਪ੍ਰਤੀਤ ਹੁੰਦੀਆਂ ਹੈ। ਇਸੇ ਤਰ੍ਹਾਂ ਕਾਜਲ ਔਰ ਚੋਆ ਹੈ ਸਮਾਨ ਸ਼ਿਆਮ ਤਾਈ ਕੇ। ਇਸ ਤਰ੍ਹਾਂ ਜਿਹੜਾ ਕੱਜਲਵਾ ਤੇ ਚੋਆ ਇਹ ਦੋਨੇ ਸ਼ਿਆਮ ਰੰਗ ਦੇ, ਭਾਵ ਕੀ ਆ ਕਾਲੇ ਰੰਗ ਦੇ, ਦੇਖਣ ਦੇ ਵਿੱਚ ਬਹੁਤਾ ਫਰਕ ਨਹੀਂ ਲੱਗਦਾ ਹੈਗਾ। ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਹੁਣ ਦਿੱਤਾ ਹੈ ਇੰਦਰਾਣ ਫਲ ਅੰਮ੍ਰਿਤ ਫਲ ਪੀਤ ਸਮ, ਹੀਰਾ ਔਰ ਫਟਕ ਸਮ ਰੂਪ ਹੈ ਦਿਖਾਈ। ਕਹਿੰਦੇ ਜਿਸ ਤਰ੍ਹਾਂ ਇੰਦਰਾਣ ਫਲ ਕਹਿੰਦੇ ਤੁੰਬੇ ਨੂੰ, ਜਿਵੇਂ ਕਹਿੰਦੇ ਤੁੰਬਾ ਹੋਵੇ ਤੇ ਅੰਮ੍ਰਿਤ ਫਲ ਕਹਿੰਦੇ ਅੰਬ ਨੂੰ। ਇਹ ਦੋਨਾਂ ਦਾ ਜਿਹੜਾ ਰੰਗ ਵਾ ਨਾ, ਕਹਿੰਦੇ ਇਹ ਪੀਲਾ ਹੁੰਦਾ ਹੈ, ਹਲਕਾ ਪੀਲਾ ਹੁੰਦਾ ਹੈ, ਬਹੁਤਾ ਫਰਕ ਨਹੀਂ। ਇਸੇ ਤਰ੍ਹਾਂ ਹੀਰਾ ਔਰ ਫਟਕ ਸਮ ਰੂਪ ਹੈ ਦਿਖਾਈ ਕੇ। ਇਸੇ ਤਰ੍ਹਾਂ ਜਿਹੜਾ ਹੀਰਾ ਹੈਗਾ ਤੇ ਫਟਕ ਹੈਗਾ, ਇਹ ਦੇਖਣ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਕਲ ਉਹ ਰਲਦੀ ਮਿਲਦੀ ਆ, ਪਰ ਆਮ ਆਦਮੀ ਭੁਲੇਖਾ ਖਾ ਜਾਂਦਾ ਹੈ। ਇਸ ਤਰ੍ਹਾਂ ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਹੁਣਾਂ ਨੇ ਸਾਨੂੰ ਸਮਝਾਇਆ ਹੈ ਤੈਸੇ ਖਲ ਦ੍ਰਿਸ਼ਟ ਮੇ ਅਸਾਧ ਸਾਧ ਸਮ ਦੇ। ਕਹਿੰਦੇ ਇਸ ਤਰ੍ਹਾਂ ਜਿਹੜੀ ਖਲ ਦ੍ਰਿਸ਼ਟ ਹੈਗੀ ਆ, ਭਾਵ ਕੀ ਆ ਗਿਆਨਹੀਨ ਵਿਰਤੀ, ਉਸ ਨੂੰ ਜਿਹੜਾ ਅਸਾਧ ਤੇ ਸਾਧ ਉਹਨਾਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਤੈਸੇ ਖਲ ਦ੍ਰਿਸ਼ਟ ਮੇ ਅਸਾਧ ਸਾਧ ਸਮ ਦੇ, ਬੁਝਤ ਵਿਵੇਕੀ ਜਲ ਜੁਗਤ ਸਮਾਈ ਕੇ। ਪਰ ਜਿਹੜੇ ਵਿਵੇਕ ਬੁੱਧੀ ਵਾਲੇ ਆ, ਹੰਸ ਦੀ ਵਿਰਤੀ ਵਾਲੇ ਹੈ, ਜਿਵੇਂ ਹੰਸ ਜਿਹੜਾ ਹੈਗਾ ਦੁੱਧ ਤੇ ਪਾਣੀ ਦੇ ਵਿੱਚ ਚੁੰਝ ਮਾਰ ਕੇ ਦੁੱਧ ਤੇ ਪਾਣੀ ਲੱਗ ਕਰ ਦਿੰਦਾ, ਇਸੇ ਤਰ੍ਹਾਂ ਜਿਨ੍ਹਾਂ ਦੀ ਵਿਰਤੀ ਹੰਸ ਰੂਪੀ ਹੈ, ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਸਾਧ ਤੇ ਅਸਾਧ ਦੀ ਪਹਿਚਾਣ ਕਰ ਲੈਂਦੇ ਆ। ਸੋ ਦਾਸ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਕਿ ਸੰਤ ਜਿਹੜੇ ਆ ਉਹ ਕੀ ਹੁੰਦੇ ਆ, ਉਹਨਾਂ ਦੀ ਪਹਿਚਾਣ ਕਿਵੇਂ ਹੁੰਦੀ ਆ, ਇਹਦੀ ਜਿਹੜੀ ਪਹਿਚਾਣ ਹੈਗੀ ਆ ਉਹ ਗੁਰਮੁਖ ਦੇ ਵਿੱਚ ਸਾਨੂੰ ਗੁਰਬਾਣੀ ਨੇ ਇਹ ਦੱਸੀ ਹੈ ਕਿ ਸੰਤ ਤੇ ਅਸੰਤ ਦੀ ਪਹਿਚਾਣ ਉਹਨਾਂ ਦੀ ਕਰਤੂਤ ਤੋਂ ਪਾਸਦੀ ਹੈਗੀ ਆ। ਸੋ ਜਿਵੇਂ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਨਗਰ ਦੇ ਵਿੱਚ ਇੱਕ ਬੀਬੀ ਨੇ ਜਿਹੜਾ ਸੀ ਉਹ ਬੜਾ ਸੁੰਦਰ ਦੱਸਿਆ ਸੀ। ਕਹਿੰਦੇ ਵੀ ਸਾਡੇ ਹੀ ਹੈ ਨਾ ਨਗਰ ਦੇ ਵਿੱਚ ਇੱਕ ਸੰਤ ਮਹਾਂਪੁਰਖ ਰਹਿੰਦੇ ਹੁੰਦੇ ਸੀ, ਪਰ ਜਿਵੇਂ ਅਸੀਂ ਜਾਣਦੇ ਹਾਂ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਅਸੀਂ ਕਹਿੰਦੇ ਬਸ ਉਹਨਾਂ ਨੂੰ ਗੁਰੂ ਘਰ ਦਾ ਇੱਕ ਮਹਾਤਮਾ ਕਰਕੇ ਜਾਣਦੇ ਸੀ ਵੀ ਚਲੋ ਗੁਰੂ ਘਰ 'ਚ ਮਹਾਤਮਾ ਹੈਗੇ ਆ। ਪਰ ਹੁਣ ਕਿੱਡੇ ਭਾਰੀ ਸੰਤ ਆ, ਉਹਨਾਂ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਕਿ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹੈ, ਜਿਹੜੇ ਅਸਲੀ ਸੰਤ ਮਹਾਤਮਾ ਹੁੰਦੇ ਆ। ਪਰ ਜਿਹੜੇ ਨਕਲੀ ਮਹਾਤਮਾ ਹੁੰਦੇ ਆ, ਕੇਵਲ ਤੇ ਕੇਵਲ ਕੱਪੜਿਆਂ ਦਾ ਦਿਖਾਵਾ ਕਰਕੇ ਬਣਾਉਟੀ ਬਣ ਕੇ ਲੋਕਾਂ ਨੂੰ ਭਰਮਾਉਂਦੇ, ਉਹ ਆਪਣੇ ਆਪ ਨੂੰ ਛੁਪਾਉਂਦੇ ਨਹੀਂ, ਸਮਾਂ ਕਿ ਉਹ ਅਖਬਾਰਾਂ ਵਿੱਚ, ਇਸ਼ਤਿਹਾਰਾਂ ਵਿੱਚ, ਮੈਗਜ਼ੀਨਾਂ ਦੇ ਵਿੱਚ ਆਪਣੇ ਆਪ ਨੂੰ ਛੁਪਾਉਂਦੇ ਆ, ਭਾਵ ਕਿ ਆਪਣੇ ਆਪ ਦੀ ਜਿਹੜੀ ਐਡ ਹੈ ਨਹੀਂ ਆ ਉਹ ਦਿੰਦੇ, ਆਪਣੀਆਂ ਫੋਟੋਆਂ ਲਾ ਕੇ, ਆਪਣਾ ਸਾਰਾ ਕੁਛ ਕਰਕੇ ਆਪਣੀ ਬੜਤਾ ਸੰਸਾਰ ਦੇ ਵਿੱਚ ਦਿਖਾਲਦੇ ਹੈਗੇ ਆ।
ਪਰ ਇਹੋ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਆ, ਕਿ ਉਹਨਾਂ ਨੂੰ ਪਤਾ ਹੁੰਦਾ ਹੈ ਜਿਹੜੀ ਮਸ਼ਹੂਰੀ ਹੈਗੀ ਆ ਇਹ ਪਤਨ ਦਾ ਕਾਰਨ ਹੈ, ਅਤੇ ਜਿਹੜੀ ਗੁਮਨਾਮੀ ਹੈਗੀ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਬੀਬੀ ਦੱਸਦੇ ਸੀਗੇ ਕਿ ਇਹੋ ਜਿਹੜੇ ਮਹਾਤਮਾ ਸਾਡੇ ਨਗਰ 'ਚ ਰਹਿੰਦੇ ਸੀਗੇ। ਕਹਿੰਦੇ ਵੀ ਇੱਕ ਵਾਰ ਕੀ ਹੋਇਆ ਕਿ ਮੈਂ ਜਦ ਘਰ ਜਾਂਦੀ ਹੁੰਦੀ ਸੀ, ਝਾੜੂ ਲਾਉਂਦੀ ਹੁੰਦੀ ਸੀ, ਜਦ ਕੋਈ ਸੇਵਾ ਮਿਲਣੀ ਮੈਂ ਜ਼ਰੂਰ ਕਰ ਲੈਣੀ, ਤਾਂ ਆਮ ਸਧਾਰਨ ਤੌਰ 'ਤੇ ਮਹਾਂਪੁਰਖਾਂ ਨੂੰ ਕਹਿੰਦੀ ਮੈਂ ਫਤਿਹ ਵੀ ਬੁਲਾ ਲੈਣੀ ਅਤੇ ਨਮਸਕਾਰ ਦੇ ਕਿਤੇ ਕਿਤੇ ਪੈਰੀਂ ਹੱਥ ਵੀ ਲਾ ਲੈਣਾ। ਪਰ ਜਿਹੜੇ ਮਹਾਂਪੁਰਖ ਸੀ ਕਹਿੰਦੇ ਵੀ ਉਹ ਜ਼ਿਆਦਾ ਕਿਸੇ ਨੂੰ ਕੁਛ ਨਹੀਂ ਸੀ ਕਹਿੰਦੇ। ਖੈਰ ਕਹਿੰਦੇ ਕਰਦੇ ਕਰਦੇ ਉਹ ਬੀਬੀ ਦੱਸਦੀ ਸੀ ਕਿ ਜਦੋਂ ਮੇਰੀ ਸ਼ਾਦੀ ਹੋਈ ਜਿਸ ਨਗਰ ਦੇ ਵਿੱਚ, ਕਹਿੰਦੀ ਮੈਂ ਹੈਰਾਨ ਹੋਈ ਕਿ ਉੱਥੇ ਜਿਸ ਨਗਰ 'ਚ ਮੇਰੀ ਸ਼ਾਦੀ ਹੋਈ ਉੱਥੇ ਇੱਕੋ ਹੀ ਪਰਿਵਾਰ ਤੋਂ ਗਾਂਹ ਜਿਹੜੇ ਸੀ ਘਰ ਬਣੇ ਹੋਏ ਸੀ। ਪਰ ਸਭ ਤੋਂ ਵੱਡੀ ਗੱਲ ਜਿਹੜੀ ਦੁਖਦਾਈ ਮੇਰੇ ਵਾਸਤੇ ਇਹ ਸੀ ਕਿ ਭਾਵੇਂ ਇੱਕੋ ਹੀ ਪਰਿਵਾਰ ਦੇ ਵਿੱਚੋਂ ਉੱਥੇ ਥੋੜ੍ਹੇ ਬਹੁਤੇ ਘਰ ਬਣੇ ਹੋਏ ਸੀ, ਪਰ ਉਸ ਪਰਿਵਾਰ ਦੇ ਵਿੱਚ ਉਸ ਪਿੰਡ ਦੇ ਨਗਰ ਦੇ ਵਿੱਚ ਕੋਈ ਵੀ ਗੁਰਦੁਆਰਾ ਨਹੀਂ ਸੀਗਾ। ਜਦ ਕਹਿੰਦੀ ਮੈਂ ਦੇਖਿਆ ਕਿ ਗੁਰੂ ਘਰ ਨਹੀਂ ਗਾ, ਅਤੇ ਮੈਂ ਇੱਥੇ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਜਾਂਦੀ ਹੁੰਦੀ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੀ, ਡੰਡੌਤ ਕਰਦੀ, ਜਾਂ ਕਈ ਵਾਰੀ ਗੁਰਬਾਣੀ ਪੜ੍ਹਨੀ, ਕੋਈ ਸੇਵਾ ਮਿਲ ਜਾਣੀ ਉਹ ਕਰਕੇ ਆਉਣੀ, ਇਸ ਤਰ੍ਹਾਂ ਮੇਰੀ ਤਸੱਲੀ ਰਹਿੰਦੀ ਸੀ। ਪਰ ਕਹਿੰਦੀ ਜਦੋਂ ਮੈਂ ਸਹੁਰੇ ਪਿੰਡ ਗਈ ਉੱਥੇ ਗੁਰੂ ਘਰ ਨਾ ਹੋਣ ਕਰਕੇ ਇਹ ਚੀਜ਼ ਮੇਰੇ ਮਨ ਦੇ ਵਿੱਚ ਬੜੀ ਚੁੱਭੀ ਵੀ ਚੰਗੇ ਮੈਂ ਸਹੁਰੇ ਘਰ ਆਈ, ਇੱਥੇ ਤਾਂ ਗੁਰੂ ਘਰ ਹੀ ਹੈ ਨਹੀਂ। ਕਹਿੰਦੀ ਫਿਰ ਮੈਂ ਆਪਣੇ ਸਹੁਰੇ ਘਰ ਨੂੰ ਪੁੱਛਿਆ ਵੀ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ, ਅਤੇ ਅਗਰ ਤੁਸੀਂ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਫਿਰ ਤੁਸੀਂ ਮਹਾਰਾਜ ਦਾ ਸਰੂਪ ਕਿੱਥੋਂ ਲਿਆਉਂਦੇ ਆ। ਫਿਰ ਕਹਿੰਦੀ ਵੀ ਮੇਰੇ ਸਹੁਰੇ ਘਰ ਨੇ ਦੱਸਿਆ ਸੀਗਾ ਵੀ ਦਰਅਸਲ ਗੱਲ ਇਹ ਹੈਗੀ ਆ ਕਿ ਅਗਰ ਸਾਡੇ ਕੋਈ ਪ੍ਰੋਗਰਾਮ ਵੀ ਹੋਵੇ ਹੈ ਨਾ, ਅਤੇ ਅਸੀਂ ਅਗਰ ਮਹਾਰਾਜ ਦਾ ਸਰੂਪ ਲਿਆਉਣਾ ਹੋਵੇ ਤਾਂ ਫਿਰ ਅਸੀਂ ਜਿਹੜੇ ਨਾਲ ਦਾ ਨਗਰ ਹੈਗਾ ਕੁਛ ਦੂਰ ਹੈਗਾ ਉੱਥੋਂ ਲੈ ਕੇ ਆਉਂਦੇ, ਉੱਥੇ ਗੁਰਦੁਆਰਾ ਸਾਹਿਬ ਹੈਗਾ, ਪਰ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਗੁਰੂ ਘਰ ਨਹੀਂ ਬਣਿਆ। ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਬੜਾ ਇਸ ਗੱਲ ਦਾ ਆਇਆ ਵੀ ਮੈਂ ਤਾਂ ਸੁਣਿਆ ਸੀਗਾ ਕਿ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਚੱਲ ਜਾਣ, ਉਹ ਆਪਣਾ ਘਰ ਭਾਵੇਂ ਬਾਅਦ 'ਚ ਬਣਾਉਂਦੇ ਆ, ਪਹਿਲਾਂ ਗੁਰੂ ਘਰ ਜ਼ਰੂਰ ਬਣਾਉਂਦੇ ਆ, ਪਰ ਇੱਥੇ ਇੱਕੋ ਹੀ ਪਰਿਵਾਰ ਤੋਂ ਭਾਵੇਂ ਸਾਰੇ ਘਰ ਇੱਥੇ ਵੱਸਦੇ ਆ, ਪਰ ਅਜੇ ਤੱਕ ਇਹਨਾਂ ਨੂੰ ਸੋਝੀ ਨਹੀਂ ਆਈ, ਇਹਨਾਂ ਨੂੰ ਗਿਆਨ ਨਹੀਂ ਆਇਆ ਵੀ ਇੱਥੇ ਗੁਰੂ ਘਰ ਦਾ ਹੋਣਾ ਬੜਾ ਜ਼ਰੂਰੀ ਆ। ਖੈਰ ਉਹ ਲੜਕੀ ਕਹਿੰਦੀ ਫਿਰ ਮੈਂ ਚੁੱਪ ਕਰ ਰਹੀ, ਪਰ ਜਦੋਂ ਮੈਂ ਆਪਣੇ ਪੇਕੇ ਮਿਲਣ ਆਈ, ਪੇਕੇ ਆ ਕੇ ਕਹਿੰਦੀ ਮੈਂ ਅੰਮ੍ਰਿਤ ਵੇਲੇ ਯਾਦ ਗੁਰੂ ਘਰ ਮੱਥਾ ਟੇਕਣ ਗਈ, ਅਤੇ ਕਹਿੰਦੇ ਮੈਂ ਜਿਹੜੇ ਉੱਥੇ ਦੇ ਮਹਾਤਮਾ ਸੀ, ਮੈਂ ਕਹਿੰਦੀ ਉਹਨਾਂ ਨੂੰ ਸਧਾਰਨ ਕਹਿ ਤਾ ਕਿ ਮਹਾਂਪੁਰਖੋ ਦੇਖੋ ਮੈਂ ਤੁਹਾਡੇ ਸਥਾਨ 'ਤੇ ਬੜੀ ਸੇਵਾ ਕੀਤੀ ਆ, ਗੁਰਬਾਣੀ ਵੀ ਪੜ੍ਹੀ ਆ, ਝਾੜੂ ਵੀ ਮਾਰਿਆ, ਬਰਤਨ ਵੀ ਸਫਾਈ ਕੀਤੀ, ਨਹੀਂ ਇੰਨੀ ਸੇਵਾ ਕੀਤੀ ਆ, ਅਤੇ ਤੁਸੀਂ ਮੇਰਾ ਸੰਯੋਗ ਦੇਖੋ ਕਿਹੜੇ ਪਿੰਡ ਲਿਖ ਦਿੱਤਾ ਹੈਗਾ। ਜਿਸ ਨਗਰ 'ਚ ਮੈਂ ਵਿਆਹੀ ਗਈ ਹਾਂ ਉੱਥੇ ਤਾਂ ਕੋਈ ਗੁਰੂ ਘਰ ਹੀ ਹੈ ਨਹੀਂ, ਉੱਥੇ ਤਾਂ ਕੋਈ ਗੁਰਦੁਆਰਾ ਸਾਹਿਬ ਹੈ ਨਹੀਂ। ਕਹਿੰਦੀ ਜਦੋਂ ਮੈਂ ਮਹਾਂਪੁਰਖਾਂ ਦੇ ਨਾਲ ਇੰਨੀ ਗੱਲ ਕਹੀ, ਅਤੇ ਕਹਿੰਦੀ ਬਾਬਾ ਜੀ ਨੇ ਕਹਿੰਦੀ ਮੇਰੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ ਕਹਿੰਦੇ ਬੇਟਾ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਸਮਾਂ ਆ ਜਾਊਗਾ ਉੱਥੇ ਗੁਰਦੁਆਰਾ ਵੀ ਬਣ ਜਾਊਗਾ, ਪਰ ਹਾਂ ਇੱਕ ਚੀਜ਼ ਦਾ ਖਿਆਲ ਰੱਖੀ ਕਿ ਜਦੋਂ ਉੱਥੇ ਗੁਰਦੁਆਰਾ ਸਾਹਿਬ ਬਣੂਗਾ ਹੈ ਨਾ, ਅਤੇ ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਹੈ ਨਾ ਉਹਦੀ ਸੇਵਾ ਗੁਰੂ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ 'ਤੇ ਲੈ ਲਿਓ, ਤੁਸੀਂ ਆਪ ਉਹਦੀ ਸੇਵਾ ਕਰਾਇਓ। ਕਹਿੰਦੀ ਮਹਾਂਪੁਰਖਾਂ ਨੇ ਸੁੱਤੇ ਸਦ ਮੈਨੂੰ ਬਚਨ ਕਹੇ। ਕਹਿੰਦੀ ਮੈਂ ਕਿਹਾ ਚਲੋ ਠੀਕ ਆ, ਮਨ 'ਚ ਸੋਚਿਆ ਵੀ ਅਜੇ ਤੱਕ ਤਾਂ ਗੁਰਦੁਆਰਾ ਬਣਿਆ ਨਹੀਂ, ਮੈਂ ਵਿਆਹੀ ਵੀ ਗਈ ਹਾਂ, ਪਰ ਹੁਣ ਪਤਾ ਨਹੀਂ ਕਦ ਗੁਰਦੁਆਰਾ ਬਣੂਗਾ ਅਤੇ ਕਦ ਮੈਂ ਮਹਾਂਪੁਰਖਾਂ ਦੇ ਕਹੇ 'ਤੇ ਸਰੂਪ ਉੱਥੇ ਭੇਟਾ ਕਰੂੰਗੀ। ਖੈਰ ਉਹ ਬੀਬੀ ਕਹਿੰਦੀ ਕਿ ਮੈਂ ਫਿਰ ਆਪਣੇ ਹੈ ਨਾ ਸਹੁਰੇ ਘਰ ਆ ਗਏ। ਹੁਣ ਸਹੁਰੇ ਘਰ ਆਈ ਅਤੇ ਜਿਹੜੇ ਮੇਰੇ ਪਤੀ ਸੀ ਕਹਿੰਦੀ ਫੌਜ ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀਗੇ। ਕਹਿੰਦੀ ਫਿਰ ਮੈਂ ਆਪਣੇ ਪਤੀ ਜੀ ਦੇ ਨਾਲ ਗੱਲ ਕੀਤੀ ਵੀ ਇੱਦਾਂ ਕਰਕੇ ਵੀ ਮੈਂ ਮਹਾਂਪੁਰਖਾਂ ਦੇ ਪਾਸ ਗਈ ਸੀ, ਉਹ ਮੈਨੂੰ ਕਹਿੰਦੇ ਸੀ ਵੀ ਚਲੋ ਜਦੋਂ ਕਿਤੇ ਗੁਰਦੁਆਰਾ ਬਣਿਆ ਅਤੇ ਅਸੀਂ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਆ ਕੇ ਇੱਥੇ ਸੇਵਾ ਦੇ ਵਿੱਚ ਜ਼ਰੂਰ ਭੇਟਾ ਕਰਨਾ। ਕਹਿੰਦੇ ਵੀ ਜਦੋਂ ਮੈਂ ਇਸ ਤਰ੍ਹਾਂ ਦੀ ਬਾਤ ਕੀਤੀ ਤਾਂ ਮੇਰੇ ਘਰ ਵਾਲੇ ਕਹਿਣ ਕਿ ਕੋਈ ਗੱਲ ਨਹੀਂ, ਅਗਰ ਕਿਤੇ ਗੁਰਦੁਆਰਾ ਸਾਹਿਬ ਬਣੇ ਹਨ ਤਾਂ ਇਹ ਤਾਂ ਸੇਵਾ ਅਸੀਂ ਜ਼ਰੂਰ ਕਰ ਦੇਂਗੇ, ਅਤੇ ਇਹ ਵੀ ਸੇਵਾ ਬੜੇ ਭਾਗਾਂ ਨਾਲ ਮਿਲਦੀ ਹੈ। ਕਹਿੰਦੀ ਕਹਿ ਕੇ ਜਿਹੜੇ ਮੇਰੇ ਘਰ ਵਾਲੇ ਸੀ ਉਹ ਉੱਥੇ ਫੌਜ 'ਚ ਨੌਕਰੀ ਕਰਨ ਚਲੇ ਗਏ। ਉਸ ਤੋਂ ਬਾਅਦ ਕਹਿੰਦੀ ਕੀ ਹੋਇਆ, ਐਸਾ ਕਾਰਨ ਬਣਿਆ ਕਿ ਸਾਡੇ ਹੀ ਸਹੁਰੇ ਪਰਿਵਾਰਾਂ ਦੇ ਵਿੱਚੋਂ ਇੱਕ ਫੈਮਿਲੀ ਜਿਹੜਾ ਮੈਂਬਰ ਸੀਗਾ, ਕਹਿੰਦੇ ਉਹ ਚੰਡੀਗੜ੍ਹ ਰਹਿੰਦਾ ਸੀਗਾ ਅਤੇ ਚੰਗੀ ਉੱਚੀ ਨੌਕਰੀ ਪੋਸਟ 'ਤੇ ਸੀਗੇ, ਬੱਚੇ ਵੀ ਕਹਿੰਦੇ ਉਹਦੇ ਉੱਥੇ ਪੜ੍ਹਦੇ ਸੀਗੇ। ਅਤੇ ਕਹਿੰਦੇ ਅਚਨਚੇਤ ਤੋਂ ਕਈਆਂ ਸਾਲਾਂ ਬਾਅਦ ਫਿਰ ਉਹ ਲੜਕੀ ਕਹਿੰਦੀ ਕਿ ਮੇਰੇ ਸਹੁਰੇ ਪਰਿਵਾਰ ਦੇ ਵਿੱਚ ਆਪਣੇ ਪਿੰਡ ਆਇਆ। ਜਦ ਪਿੰਡ ਆਇਆ ਅਤੇ ਕਹਿੰਦੀ ਪਿੰਡ ਆ ਕੇ ਉਹਨੇ ਸਾਰੇ ਲੋਕਾਂ ਨੇ ਜਿਹੜੇ ਉਹਦੇ ਨਾਲ ਦੇ ਸੀਗੇ ਘਰਾਂ ਦੇ ਵਿੱਚ ਜਾ ਕੇ ਮਿਲਿਆ, ਮਿਲ ਕੇ ਕਹਿਣ ਲੱਗਾ ਵੀ ਦੇਖੋ ਹੁਣ ਤਾਂ ਇੱਥੋਂ ਇੱਕੋ ਪਰਿਵਾਰ ਤੋਂ ਕਈ ਘਰ ਹੋ ਗਏ ਆ, ਬਹੁਤ ਸਾਰੇ ਘਰ ਬਣ ਗਏ ਆ, ਅਤੇ ਇਸ ਕਰਕੇ ਆਪਾਂ ਨੂੰ ਇੱਥੇ ਨਾ ਗੁਰਦੁਆਰਾ ਸਾਹਿਬ ਜ਼ਰੂਰ ਬਣਾਉਣਾ ਚਾਹੀਦਾ ਹੈਗਾ। ਅਤੇ ਮੈਨੂੰ ਵੀ ਇਸ ਗੱਲ ਦੀ ਬੜੀ ਨਮੋਸ਼ੀ ਆਉਂਦੀ ਆ ਵੀ ਕੋਈ ਵੀ ਪ੍ਰੋਗਰਾਮ ਆਪਾਂ ਕਰਨਾ ਹੋਵੇ ਤਾਂ ਸਾਨੂੰ ਨਾਲ ਦੇ ਪਿੰਡ ਤੋਂ ਜਾ ਕੇ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਪੈਂਦਾ ਹੈਗਾ। ਹੁਣ ਅਗਰ ਨਗਰ ਦੇ ਵਿੱਚ ਗੁਰੂ ਘਰ ਹੋਊਗਾ, ਗੁਰਦੁਆਰਾ ਸਾਹਿਬ ਹੋਊਗਾ, ਅਤੇ ਫਿਰ ਦੂਸਰੇ ਨਗਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ। ਕਹਿੰਦੇ ਕਰਦੇ ਕਰਦੇ ਸਾਰਿਆਂ ਨੇ ਕਿਹਾ ਵੀ ਗੱਲ ਤਾਂ ਤੇਰੀ ਚੰਗੀ ਹੈਗੀ ਆ, ਪਰ ਗੱਲ ਤਾਂ ਹੁਣ ਸ਼ੁਰੂਆਤ ਦੀ ਹੈਗੀ ਆ, ਵੀ ਇਹਦੀ ਸ਼ੁਰੂਆਤ ਹੋ ਜਾਵੇ ਫਿਰ ਗੁਰੂ ਘਰ ਤਾਂ ਬਣਨ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ।
ਜਦੋਂ ਕਹਿੰਦੇ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਉਹ ਸੱਜਣ ਚੰਡੀਗੜ੍ਹ ਵਾਲੇ ਉਹ ਕਹਿੰਦੇ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ, ਤੁਸੀਂ ਇਸ ਤਰ੍ਹਾਂ ਕਰੋ ਵੀ ਆਪਣੇ ਕੋਲ ਜ਼ਮੀਨ ਤਾਂ ਬਥੇਰੀ ਆ, ਸਾਂਝੀ ਜ਼ਮੀਨ ਹੈਗੀ ਆ ਸਾਰੇ ਨਗਰ ਦੀ, ਕਿਉਂ ਇੱਕੋ ਹੀ ਪਰਿਵਾਰ ਦੀ ਸਾਰੀ ਫੈਮਿਲੀ ਆ, ਅਤੇ ਇਸ ਕਰਕੇ ਆਪਾਂ ਆਪਣੀ ਜ਼ਮੀਨ 'ਤੇ ਇੱਕ ਸੁੰਦਰ ਗੁਰਦੁਆਰਾ ਬਣਾ ਲੈਂਦੇ ਹਾਂ ਅਤੇ ਇਹਦੇ ਵਾਸਤੇ ਮੈਂ 3 ਲੱਖ ਦਮੜਾ ਜਿਹੜਾ ਹੈ ਨਾ ਗੁਰੂ ਘਰ ਵਾਸਤੇ ਹੁਣੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਦਿੰਦਾ ਹੈਗਾ। ਜਦੋਂ ਕਹਿੰਦੇ ਉਹ ਚੰਡੀਗੜ੍ਹ ਵਾਲੇ ਸੱਜਣ ਨੇ 3 ਲੱਖ ਰੁਪਈਏ ਦਮੜਾ ਦੇਣ ਦੀ ਪੇਸ਼ਕਸ਼ ਕੀਤੀ ਤਾਂ ਫਿਰ ਕਹਿੰਦੇ ਉਹ ਜਿਹੜੇ ਪਿੰਡ ਵਾਲੇ ਸੀ ਬੜੇ ਖੁਸ਼ ਹੋਏ। ਉਹਨੇ ਕਿਹਾ ਲਓ ਪੈਸੇ ਦੀ ਤਾਂ ਸ਼ੁਰੂਆਤ ਹੋ ਗਈ ਆ। ਖੈਰ ਇੱਕ ਸੁੰਦਰ ਜਗ੍ਹਾ ਦੇਖ ਕੇ ਕਹਿੰਦੇ ਵੀ ਉਸ ਤੋਂ ਬਾਅਦ ਦੇਖੋ ਦੇਖੀ ਥੋੜ੍ਹੇ ਜਿਹੜੇ ਸੀਗੇ ਉਹ ਪੈਸੇ ਹੋਰ ਇਕੱਠੇ ਹੋਣ ਲੱਗ ਪਏ ਅਤੇ ਕਹਿੰਦੇ ਫਿਰ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਜਦੋਂ ਕਹਿੰਦੇ ਉਸਾਰੀ ਸ਼ੁਰੂ ਹੋਈ ਅਤੇ ਇਸ ਉਸਾਰੀ ਤੋਂ ਬਾਅਦ ਤਕਰੀਬਨ ਜਦ ਕੰਮ ਚੱਲਦਾ ਰਿਹਾ ਅਤੇ ਇਹ ਜਿਹੜਾ ਗੁਰੂ ਘਰ ਸੀਗਾ ਤਕਰੀਬਨ 1 ਸਾਲ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋ ਗਿਆ। ਜਦ ਪੂਰੀ ਤਰ੍ਹਾਂ ਤਿਆਰ ਹੋ ਗਿਆ ਅਤੇ ਫਿਰ ਕਹਿੰਦੇ ਵੀ ਜਦੋਂ ਸਾਲ ਦੇ ਅੰਦਰ ਉਹ ਬੱਚੀ ਕਹਿਣ ਲੱਗੀ ਕਿ ਮੇਰੇ ਘਰ ਵਾਲੇ ਸਾਹਿਬ ਦੁਬਾਰਾ ਛੁੱਟੀ 'ਤੇ ਪਿੰਡ ਆਏ ਅਤੇ ਮੈਂ ਕਹਿੰਦੀ ਉਹਨਾਂ ਨਾਲ ਗੱਲ ਕੀਤੀ ਵੀ ਪਿੰਡ ਦੇ ਵਿੱਚ ਗੁਰੂ ਘਰ ਤਾਂ ਬਣ ਗਿਆ ਹੈ, ਗੁਰਦੁਆਰਾ ਸਾਹਿਬ ਬਣ ਗਿਆ ਹੈਗਾ, ਅਤੇ ਕਹਿੰਦੇ ਮੈਨੂੰ ਸੰਤਾਂ ਨੇ ਕਿਹਾ ਸੀਗਾ ਕਿ ਤੁਸੀਂ ਹੈ ਨਾ ਮਹਾਰਾਜ ਦਾ ਸਰੂਪ ਬੀੜ ਸਾਹਿਬ ਲਿਆ ਕੇ ਅਤੇ ਇਸ ਗੁਰਦੁਆਰੇ ਭੇਟਾ ਕਰ ਦਿਓ ਅਤੇ ਹੁਣ ਸਮਾਂ ਆ ਗਿਆ ਹੈਗਾ। ਕਹਿੰਦੇ ਇੰਨੀ ਗੱਲ ਹੋਈ ਅਤੇ ਮੇਰੇ ਪਤੀ ਜੀ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ ਆਪਾਂ ਸਵੇਰੇ ਚੱਲਦੇ ਹਾਂ। ਖੈਰ ਕਹਿੰਦੇ ਵੀ ਅਸੀਂ ਸਵੇਰੇ ਜਿਹੜੇ ਸੀਗੇ ਤਿਆਰ ਹੋਏ ਅਤੇ ਪਿੰਡ ਦੇ ਕੁਛ ਜਿਹੜੇ ਮੋਹਤਬਾਰ ਸੱਜਣ ਸੀਗੇ ਉਹ ਵੀ ਤਿਆਰ ਕਰ ਲਏ। ਇੱਕ ਗੱਡੀ ਕਿਰਾਏ 'ਤੇ ਕੀਤੀ। ਕਹਿੰਦੇ ਅਸੀਂ ਅੰਮ੍ਰਿਤਸਰ ਪਹੁੰਚੇ। ਜਦ ਅੰਮ੍ਰਿਤਸਰ ਪਹੁੰਚੇ ਅਸੀਂ ਅੰਮ੍ਰਿਤਸਰ ਤੋਂ ਮਹਾਰਾਜ ਦਾ ਸਰੂਪ ਲਿਆ। ਜਦੋਂ ਕਹਿੰਦੇ ਵੀ ਅਸੀਂ ਸਰੂਪ ਲੈ ਲਿਆ ਅਤੇ ਪੂਰੀ ਵਿਧੀ ਮਰਜ਼ਾਦੇ ਨਾਲ ਜਿਵੇਂ ਕਹਿੰਦੇ ਸਾਨੂੰ ਦੱਸਿਆ ਗਿਆ ਸੀ ਮਹਾਂਪੁਰਖਾਂ ਨੇ ਉਸ ਤਰ੍ਹਾਂ ਕਹਿੰਦੇ ਜਦੋਂ ਅਸੀਂ ਲਿਆ ਕੇ ਗੁਰੂ ਘਰ ਸਾਹਿਬ ਦੇ ਵਿੱਚ ਕਹਿੰਦੇ ਭੇਟਾ ਕਰ ਦਿੱਤਾ। ਜਦ ਭੇਟਾ ਕਰ ਦਿੱਤਾ ਅਤੇ ਇਸ ਤੋਂ ਬਾਅਦ ਫਿਰ ਸਹਿਜ ਪਾਠ ਦਾ ਭੋਗ ਜਿਹੜਾ ਸੀ ਪਾਇਆ ਗਿਆ। ਬੜੀਆਂ ਖੁਸ਼ੀਆਂ ਹੋਈਆਂ। ਫਿਰ ਉਹ ਕਹਿੰਦੀ ਦੱਸਦੀ ਸੀ ਕਹਿੰਦੀ ਵੀ ਇਸ ਭੋਗ ਤੋਂ ਬਾਅਦ ਫਿਰ ਮੇਰੇ ਪਤੀ ਜਿਹੜੇ ਸੀਗੇ ਜਦੋਂ ਕਹਿੰਦੀ ਕੁਛ ਚਿਰ ਇੱਥੇ ਰੁਕੇ ਆ, ਪਰ ਹੁਣ 2 ਮਹੀਨੇ ਦੀ ਛੁੱਟੀ ਸੀਗੀ ਅਤੇ 2 ਮਹੀਨੇ ਦੇ ਵਿੱਚ ਜਿਹੜੀ ਕਹਿੰਦੀ ਆਖਰੀ ਤਰੀਕ ਸੀ ਉਹ 20 ਆਉਂਦੀ ਸੀਗੀ। ਜਦ 20 ਤਰੀਕ ਆਉਂਦੀ ਸੀ ਕੁਦਰਤੀ ਕਹਿੰਦੇ ਵੀ ਇਹ ਤਰੀਕ ਜਿਹੜੀ ਸੀ ਮੇਰੇ ਪਤੀ ਸਾਹਿਬ ਨੂੰ ਭੁੱਲ ਗਈ। ਜਦੋਂ ਕਹਿੰਦੇ ਵੀ ਮੇਰੇ ਪਤੀ ਜੀ ਨੂੰ 20 ਤਰੀਕ ਭੁੱਲ ਗਈ ਕਿ ਮੈਂ 20 ਤਰੀਕ ਜਾ ਕੇ ਉੱਥੇ ਫੌਜ ਦੇ ਵਿੱਚ ਡਿਊਟੀ ਦੇਣੀ ਆ। ਕਹਿੰਦੇ ਉਹ ਸਮਾਂ ਦਾ ਪਤਾ ਨਹੀਂ ਲੱਗਾ ਅਤੇ 2-3 ਦਿਨ ਉੱਪਰ ਹੋ ਗਏ। ਜਦੋਂ ਕਹਿੰਦੇ 2-3 ਦਿਨ ਉੱਪਰ ਹੋਏ ਤਾਂ ਤਕਰੀਬਨ ਕਹਿੰਦੇ ਜਦੋਂ 23-24 ਤਰੀਕ ਹੋਈ ਤਾਂ ਕੁਦਰਤੀ ਮੇਰੇ ਘਰ ਵਾਲੇ ਨੇ ਜਿਹੜੇ ਬੱਚੇ ਘਰ 'ਚ ਖੇਡ ਸੀ ਉਹਨੂੰ ਪੁੱਛਿਆ ਵੀ ਅੱਜ ਤਰੀਕ ਕਿੰਨੀ ਆ ਅਤੇ ਬੱਚਿਆਂ ਨੇ ਦੱਸਿਆ ਵੀ ਅੱਜ ਤਾਂ ਹੈ ਨਾ 23 ਤਰੀਕ ਹੋ ਗਈ ਆ। ਜਦੋਂ ਕਹਿੰਦੇ 23 ਤਰੀਕ ਹੋ ਗਈ ਤਾਂ ਮੈਂ ਹੈਰਾਨ ਹੋ ਗਿਆ ਵੀ ਮੈਂ ਤਾਂ 19 ਨੂੰ ਇੱਥੋਂ ਜਾਣਾ ਸੀਗਾ ਅਤੇ 20 ਦੀ ਮੇਰੇ ਸਵੇਰੇ ਡਿਊਟੀ ਸੀਗੀ ਅਤੇ ਹੁਣ 23 ਤਰੀਕ ਹੋ ਗਈ ਆ, ਕੱਲ੍ਹ ਨੂੰ 24 ਆ ਅਤੇ ਮੈਂ ਤਾਂ ਫੌਜ ਦੇ ਵਿੱਚੋਂ ਗੈਰ ਹਾਜ਼ਰ ਹੋ ਗਿਆ ਹੈਗਾ। ਫਿਰ ਉਹ ਜਿਹੜੇ ਕਹਿੰਦੇ ਮੇਰੇ ਘਰ ਵਾਲੇ ਫੌਜੀ ਸਾਹਿਬ ਸੀ ਮਨ 'ਚ ਬੜੀ ਟੈਨਸ਼ਨ ਹੋ ਗਈ, ਚਿੰਤਾ ਹੋ ਗਈ ਵੀ ਫੌਜ ਦੀ ਨੌਕਰੀ ਆ ਅਤੇ ਹੁਣ ਦੂਸਰੀ ਗੱਲ ਇਹ ਹੈਗੀ ਆ ਕਿ ਇਸ ਫੌਜ ਦੀ ਨੌਕਰੀ ਦੇ ਕਾਨੂੰਨ ਦੇ ਵਿੱਚ ਅਗਰ ਕੋਈ ਆਰਮੀ ਦਾ ਸੈਨਿਕ ਜਿਹੜਾ ਹੈਗਾ ਉਹ ਗੈਰ ਹਾਜ਼ਰ ਹੋ ਜਾਵੇ ਤਾਂ ਉਹਨੂੰ ਆਪਣਾ ਕਾਰਨ ਦੱਸੋ ਨੋਟਿਸ ਵੀ ਦੇਣਾ ਪੈਂਦਾ ਹੈ ਵੀ ਮੈਂ ਕਿਸ ਗੱਲ ਕਰਕੇ ਜਿਹੜਾ ਸੀ ਉਹ ਗੈਰ ਹਾਜ਼ਰ ਹੋ ਗਿਆ। ਸੋ ਕਹਿੰਦੀ ਮੇਰੇ ਘਰ ਵਾਲੇ ਦੇ ਕੋਲ ਇਸ ਤਰ੍ਹਾਂ ਦਾ ਕੋਈ ਕਾਰਨ ਦੱਸੋ ਨੋਟਿਸ ਵੀ ਨਹੀਂ ਸੀ ਜਾਂ ਕੋਈ ਮੈਡੀਕਲ ਵੀ ਨਹੀਂ ਸੀ ਵੀ ਕੀ ਕਰੀਏ ਅਤੇ ਕੀ ਨਾ ਕਰੀਏ। ਫਿਰ ਕਹਿੰਦੀ ਵੀ ਮੇਰੇ ਘਰ ਵਾਲੇ ਜਿਹੜੇ ਸੀ ਮੈਨੂੰ ਕਹਿਣ ਲੱਗਾ ਕਿ ਬਾਕੀ ਤਾਂ ਕੋਈ ਗੱਲ ਨਹੀਂ ਹੈ ਕਿ ਮੈਨੂੰ ਮਾੜੀ ਮੋਟੀ ਅਗਰ ਉੱਥੇ ਫੌਜ ਦੇ ਵਿੱਚ ਕੋਈ ਸਜ਼ਾ ਮਿਲਣੀ ਹੈ ਤਾਂ ਸਜ਼ਾ ਤਾਂ ਮੈਂ ਲੈ ਲੂੰਗਾ ਜਾਂ ਮੈਨੂੰ ਉਹ ਜ਼ਿਆਦਾ ਤੋਂ ਜ਼ਿਆਦਾ ਲੈਣ ਹਾਜ਼ਰ ਕਰ ਦੇਣਗੇ। ਪਰ ਅਗਰ ਦੂਸਰੀ ਗੱਲ ਇਹ ਹੈਗੀ ਆ ਕਿ ਅਗਰ ਉਹਨਾਂ ਨੇ ਮੈਨੂੰ ਇਸ ਗੈਰ ਹਾਜ਼ਰੀ ਦੇ ਅੰਦਰ ਨੌਕਰੀ ਤੋਂ ਕੁਛ ਸਮੇਂ ਵਾਸਤੇ ਬਰਖਾਸਤ ਕਰ ਦਿੱਤਾ ਤਾਂ ਫਿਰ ਉਹਦਾ ਜਿਹੜਾ ਅਸਰ ਵਾ ਨਾ ਫਿਰ ਮੇਰੀ ਪੈਨਸ਼ਨ 'ਤੇ ਹੋਊਗਾ। ਸੋ ਇੰਨੇ ਸਾਲ ਮੈਂ ਨੌਕਰੀ ਕੀਤੀ ਆ, ਅਗਰ ਮੇਰੀ ਪੈਨਸ਼ਨ 'ਤੇ ਅਸਰ ਹੋ ਗਿਆ ਅਤੇ ਅਸਰ ਫਿਰ ਜਿਹੜਾ ਹੈਗਾ ਨਾ ਉਹ ਅਖੀਰ ਪੈਨਸ਼ਨ ਤੱਕ ਰਹਿੰਦਾ ਹੈਗਾ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਆ ਗਈ ਤਾਂ ਫਿਰ ਮੇਰੇ ਵਾਸਤੇ ਜਿਹੜਾ ਹੈ ਨਾ ਬੜਾ ਮੁਸ਼ਕਿਲ ਹੋ ਜਾਊਗੀ। ਫਿਰ ਬੱਚੀ ਕਹਿਣ ਲੱਗੀ ਕਿ ਜਦੋਂ ਮੈਨੂੰ ਘਰ ਵਾਲੇ ਨੇ ਇਹ ਸਾਰੀ ਗੱਲ ਦੱਸੀ ਅਤੇ ਫਿਰ ਕਹਿੰਦੀ ਮੈਂ ਘਰ ਵਾਲੇ ਨੂੰ ਆਖਿਆ ਵੀ ਦੇਖੋ ਸਾਡੇ ਪਿੰਡ ਜਿਹੜੇ ਮਹਾਂਪੁਰਖ ਸੀਗੇ ਅਤੇ ਕਹਿੰਦੀ ਮੈਂ ਉਹਨਾਂ ਦੇ ਪਾਸ ਜਦੋਂ ਵਿਆਹੇ ਆਈ ਸੀ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਜਿੱਥੇ ਮੈਂ ਵਿਆਹੀ ਹਾਂ ਮੇਰੇ ਸਹੁਰੇ ਪਿੰਡ ਵਿੱਚ ਗੁਰੂ ਘਰ ਨਹੀਂ ਆ, ਗੁਰਦੁਆਰਾ ਸਾਹਿਬ ਨਹੀਂ ਆ, ਪਰ ਉਹਨਾਂ ਨੇ ਮੈਨੂੰ ਸਹਿਜ ਸੁਭਾਅ ਕਹਿ ਦਿੱਤਾ ਸੀਗਾ ਵੀ ਕੋਈ ਗੱਲ ਨਹੀਂ, ਜਿੱਦਣ ਗੁਰੂ ਘਰ ਵੀ ਬਣ ਜਾਊਗਾ ਜਦੋਂ ਬਣੂਗਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੀ ਭੇਟਾ ਤੁਸੀਂ ਕਰ ਦਿਓ। ਕਹਿੰਦੇ ਵੀ ਉਹ ਸੇਵਾ ਦੀ ਭੇਟਾ ਅਸੀਂ ਕਰ ਦਿੱਤੀ ਸੀਗੀ। ਜਦੋਂ ਮੈਨੂੰ ਚੇਤਾ ਆਇਆ ਹੁਣ ਗੁਰਦੁਆਰਾ ਸਾਹਿਬ ਵੀ ਬਣ ਗਿਆ ਹੈਗਾ ਅਤੇ ਕਿਉਂ ਨਾ ਹੋਵੇ ਵੀ ਆਪਾਂ ਫਿਰ ਉਹਨਾਂ ਸੰਤਾਂ ਦੇ ਪਾਸੇ ਇੱਕ ਵਾਰੀ ਜਾਈਏ। ਜਦੋਂ ਕਹਿੰਦੇ ਇਹ ਗੱਲ ਹੋਈ, ਇਹ ਗੱਲ ਕਹਿੰਦੇ ਸਾਰੇ ਪਰਿਵਾਰ ਨੂੰ ਬੜੀ ਵਧੀਆ ਲੱਗੀ। ਤਾਂ ਖੈਰ ਕਹਿੰਦੀ 24 ਤਰੀਕ ਨੂੰ ਮੈਂ ਅਤੇ ਮੇਰੇ ਘਰ ਵਾਲਾ ਜਿਹੜੇ ਸੀ ਦੋਨੇ ਤਿਆਰ ਹੋ ਗਏ, ਅਸੀਂ ਮਹਾਂਪੁਰਖਾਂ ਦੇ ਪਾਸ ਪਹੁੰਚ ਗਏ। ਜਦੋਂ ਕਹਿੰਦੇ ਅਸੀਂ ਮਹਾਂਪੁਰਖਾਂ ਦੇ ਪਾਸ ਪਹੁੰਚੇ, ਜਾ ਕੇ ਮੱਥਾ ਟੇਕਿਆ, ਅਸੀਂ ਕੀ ਦੇਖਿਆ ਉੱਧਰ ਮਹਾਂਪੁਰਖ ਬੜੇ ਪ੍ਰਸੰਨ ਮੁੰਦਰਾਂ 'ਚ ਬੈਠੇ ਸੀ ਅਤੇ ਜਿਹੜਾ ਚਿਹਰਾ ਸੀਗਾ ਪੂਰੀ ਤਰ੍ਹਾਂ ਲਾਲੀ ਨਾਲ ਭਖ ਰਿਹਾ ਸੀਗਾ ਅਤੇ ਬੜੇ ਹਸਮੁਖ ਕਹਿੰਦੇ ਉਸ ਸੂਰਤ ਦੇ ਵਿੱਚ ਬੈਠੇ ਹੋਏ।
ਕਹਿੰਦੀ ਮੈਂ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਮੈਂ ਇੱਕ ਬੇਨਤੀ ਕਰਨ ਆਈ ਹਾਂ। ਕਹਿੰਦੇ ਮਹਾਂਪੁਰਖ ਕਹਿੰਦੇ ਦੱਸੋ ਬੇਟਾ ਕੀ ਗੱਲ। ਕਹਿੰਦੀ ਫਿਰ ਮੈਂ ਦੱਸਿਆ ਵੀ ਮੇਰੇ ਜਿਹੜੇ ਪਤੀ ਦੇਵ ਆ ਉਹਨਾਂ ਦੀ ਜਿਹੜੀ ਨੌਕਰੀ ਸੀਗੀ ਡਿਊਟੀ ਉਹ 20 ਤਰੀਕ ਦੀ ਸੀ, 19 ਨੂੰ ਜਾਣਾ ਸੀਗਾ, ਪਰ ਕਹਿੰਦੀ ਵੀ ਸਾਨੂੰ ਯਾਦ ਨਹੀਂ ਰਿਹਾ ਹੈਗਾ ਤੇ ਕਿਹੜੀ ਤਰੀਕ ਨੂੰ ਜਾਣਾ ਕਿਹੜੀ ਨੂੰ ਨਹੀਂ ਜਾਣਾ, ਕਿਉਂਕਿ ਘਰ ਦੇ ਰੁਝੇਵੇਂ ਦੇ ਵਿੱਚ ਕਹਿੰਦੀ ਵੀ ਇਹ ਤਰੀਕ ਅਸੀਂ ਭੁੱਲ ਗਏ ਆ ਤੇ ਅੱਜ 24 ਤਰੀਕ ਹੋ ਗਈ ਆ ਤੇ ਹੁਣ ਸਾਡੇ ਕੋਲ ਇਹ ਜਿਹੜੀ ਹਨ ਟੈਨਸ਼ਨ ਹੋ ਗਈ ਆ ਵੀ ਅਗਰ ਫੌਜ ਦੇ ਵਿੱਚ ਜਾਣਗੇ 4-5 ਦਿਨ ਦੀ ਜਿਹੜੀ ਗੈਰ ਹਾਜ਼ਰੀ ਆ ਇਹ ਗੈਪ ਜਿਹੜਾ ਹੈਗਾ ਇਹਨਾਂ ਦੀ ਪੈਨਸ਼ਨ ਦੇ ਉੱਤੇ ਅਸਰ ਕਰ ਸਕਦਾ ਹੈਗਾ, ਇਹ ਕਿਵੇਂ ਹੱਲ ਹੋ ਸਕਦਾ ਹੈਗਾ। ਕਹਿੰਦੇ ਵੀ ਜਦੋਂ ਅਸੀਂ ਮਹਾਂਪੁਰਖਾਂ ਦੇ ਪਾਸ ਰਜੋਈ ਕੀਤੀ, ਕਹਿੰਦੇ ਫਿਰ ਬਾਬਾ ਜਿਹੜੀ ਸੀ ਸਾਡੀ ਗੱਲ ਸੁਣ ਕੇ ਮੁਸਕਰਾ ਕੇ ਕਹਿੰਦੇ ਮੇਰੇ ਘਰ ਵਾਲੇ ਨੂੰ ਕਹਿਣ ਲੱਗੇ, ਕਹਿੰਦੇ ਲੈ ਵੀ ਫੌਜੀ ਸਾਹਿਬ ਇੱਕ ਤੈਨੂੰ ਗੱਲ ਦੱਸੀ ਹੈ। ਕਹਿੰਦੇ ਫਿਰ ਮੇਰੇ ਪਤੀ ਜੀ ਕਹਿਣ ਲੱਗੇ ਹਾਂ ਦੱਸੋ। ਕਹਿੰਦੇ ਸਾਨੂੰ ਇਹ ਤੁਸੀਂ ਦੱਸੋ ਕਿ ਤੁਹਾਨੂੰ ਜਪਜੀ ਸਾਹਿਬ ਜਵਾਨੀ ਕੰਠ ਹੈਗੀ ਆ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਮੇਰੇ ਘਰ ਵਾਲੇ ਕਹਿਣ ਲੱਗੇ ਜੀ ਜਵਾਨੀ ਕੰਠ ਤਾਂ ਨਹੀਂ ਆ, ਥੋੜ੍ਹੀ ਹੈਗੀ ਆ, ਪਰ ਮੈਂ ਵਿੱਚੋਂ ਭੁੱਲ ਜਾਂਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਜਿੰਨੀ ਵੀ ਤੈਨੂੰ ਕੰਠ ਵਾ ਹੈ ਨਾ ਤੂੰ ਇਸ ਤਰ੍ਹਾਂ ਕਰ, ਜਦੋਂ ਡਿਊਟੀ ਜਾਊਂਗਾ ਹੈ ਨਾ ਅਤੇ ਤੂੰ ਜਪਜੀ ਸਾਹਿਬ ਮੂੰਹ ਦੇ ਵਿੱਚ ਕਰਦਾ ਜਾਵੀਂ ਅਤੇ ਉੱਥੇ ਚਲੇ ਜਾਈਂ, ਅਤੇ ਬਾਕੀ ਜੇ ਇਹਦੀ ਜਪਜੀ ਸਾਹਿਬ ਗੁਰੂ ਸਾਹਿਬ ਦੀ ਬਾਣੀ ਹੈ ਫਿਰ ਗੁਰੂ ਸਾਹਿਬ ਜਾਣਨ ਅਤੇ ਜਾਂ ਉਹਨਾਂ ਦੀ ਬਾਣੀ ਜਾਣੇ, ਅਤੇ ਬਾਕੀ ਤੂੰ ਉੱਥੇ ਆਪਣੀ ਨੌਕਰੀ 'ਤੇ ਚਲੇ ਜਾ। ਜਦੋਂ ਕਹਿੰਦੇ ਇੰਨੀ ਗੱਲ ਹੋਈ ਅਤੇ ਫਿਰ ਕਹਿੰਦੀ ਮੇਰੇ ਘਰ ਵਾਲੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਬਈ ਮੈਂ ਉੱਥੇ ਪਹੁੰਚਦਾ ਜਾਂਦਾ ਹੈਗਾ, ਕੀ ਮੇਰੀ ਇਹ ਜਿਹੜੀ ਸਮੱਸਿਆ ਹੱਲ ਹੋ ਜੂਗੀ ਜਿਹੜੀ ਮੈਨੂੰ ਟੈਨਸ਼ਨ ਆ। ਜਦ ਇੰਨੀ ਗੱਲ ਹੈ ਕਹਿੰਦੇ ਬਾਬਾ ਜੀ ਫਿਆਸ ਕੇ ਕਹਿਣ ਲੱਗੇ, ਕਹਿੰਦੇ ਭਾਈ ਤੂੰ ਜਪਜੀ ਸਾਹਿਬ ਜਦ ਮੂੰਹ 'ਚ ਰੱਖ ਕੇ ਉੱਥੇ ਜਾਊਂਗਾ ਤੂੰ ਟੈਨਸ਼ਨ ਕਾਹਲੀ ਲੈਂਦਾ ਹੈਗਾ, ਜਿਹਦੀ ਬਾਣੀ ਹੈਗੀ ਟੈਨਸ਼ਨ ਉਹਨੂੰ ਹੈ, ਤੂੰ ਟੈਨਸ਼ਨ ਕਾਹਨੂੰ ਰੱਖਦਾ ਹੈਗਾ। ਕਹਿੰਦੇ ਇਹ ਬਚਨ ਮਹਾਂਪੁਰਖਾਂ ਨੇ ਸਧਾਰਨ ਕਹਿ ਦਿੱਤਾ। ਖੈਰ ਕਹਿੰਦੇ ਜਦੋਂ ਸਧਾਰਨ ਕਹਿ ਦਿੱਤਾ ਤਾਂ ਫਿਰ ਉਹ ਜਿਹੜੇ ਫੌਜੀ ਸਾਹਿਬ ਸੀਗੇ ਦੱਸਦੇ ਆ ਕਿ ਜਦੋਂ 25 ਤਰੀਕ ਨੂੰ ਉੱਥੇ ਪਹੁੰਚੇ ਸੀਗੇ ਆਪਣੀ ਡਿਊਟੀ ਦੇ ਉੱਤੇ, ਜਦ ਪਹੁੰਚੇ ਸੀ ਤਾਂ ਉਹ ਦੱਸਣ ਕਹਿੰਦੇ ਵੀ ਜਦੋਂ ਮੈਂ ਡਿਊਟੀ ਦੇ ਉੱਤੇ ਹਾਜ਼ਰ ਹੋਇਆ ਅਤੇ ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਮੈਨੂੰ ਉੱਥੇ ਕਿਸੇ ਨੇ ਪੁੱਛਿਆ ਹੀ ਨਹੀਂ। ਜਦ ਕਹਿੰਦੇ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਇੱਕ ਤੱਕ ਨਹੀਂ ਕਿਹਾ ਵੀ ਤੂੰ ਇੰਨੇ ਦਿਨ ਗੈਰ ਹਾਜ਼ਰ ਕਿਵੇਂ ਰਿਹਾ, ਤੇਰੀ ਗੱਲ ਕਿਵੇਂ ਹੋਈ ਆ। ਕਹਿੰਦੇ ਕਿਸੇ ਨੇ ਕੁਛ ਨਹੀਂ ਪੁੱਛਿਆ ਅਤੇ ਕਹਿੰਦੇ ਜਦ ਕਿਸੇ ਨੇ ਪੁੱਛਿਆ ਨਹੀਂ ਤਾਂ ਫਿਰ ਫੌਜੀ ਸਾਹਿਬ ਕਹਿੰਦੇ ਮੈਂ ਵੀ ਕਹਿੰਦੇ ਚੁੱਪ ਕੀਤਾ ਰਿਹਾ। ਖੈਰ ਕਹਿੰਦੇ ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਜਿਹੜੀ ਸੀ ਉਸੇ ਤਰ੍ਹਾਂ ਇਸ ਤਰ੍ਹਾਂ ਚੱਲਣ ਲੱਗ ਪਈ ਜਿਵੇਂ ਸਧਾਰਨ ਚੱਲਦੀ ਆ। ਕਰਦੇ ਫਿਰ ਉਹ ਫੌਜੀ ਸਾਹਿਬ ਕਹਿਣ ਲੱਗੇ ਕਿ ਜਦ ਕੁਛ ਦਿਨ ਹੋਏ ਮੇਰੇ ਮਨ 'ਚ ਆਇਆ ਵੀ ਮੈਂ 20 ਤੋਂ ਲੈ ਕੇ 24-25 ਤਰੀਕ ਤੱਕ ਗੈਰ ਹਾਜ਼ਰ ਸੀਗਾ, ਅਤੇ ਪਰ ਨਾ ਤਾਂ ਮੈਨੂੰ ਅਫਸਰਾਂ ਸੀਨੀਅਰਾਂ ਨੇ ਪੁੱਛਿਆ ਨਾ ਕਿਸੇ ਮੇਰੇ ਸੱਜਣ ਮਿੱਤਰ ਨੇ ਪੁੱਛਿਆ ਹੈਗਾ ਵੀ ਦਰਅਸਲ ਗੱਲ ਹੀ ਕੀ ਹੈਗੀ ਆ। ਕਹਿੰਦੇ ਵੀ ਮੈਂ ਕਰਦੇ ਮਨ 'ਚ ਸੋਚਿਆ ਵੀ ਕਿਸੇ ਨਾਲ ਗੱਲ ਨਹੀਂ ਕਰਨੀ ਹੈਗੀ, ਇਹਦੀ ਤਾਂ ਘੋਖ ਪੜਤਾਲ ਮੈਨੂੰ ਆਪ ਹੀ ਕਰਨੀ ਪਊਗੀ। ਫਿਰ ਉਹ ਸੱਜਣ ਕਹਿਣ ਲੱਗੇ ਕਿ ਮੇਰਾ ਇੱਕ ਵਾਕਬ ਸੀਗਾ ਉੱਥੇ ਇੱਕ ਅਫਸਰ ਸੀਨੀਅਰ, ਕਹਿੰਦੇ ਉਹਦੇ ਨਾਲ ਬੜਾ ਪ੍ਰੇਮ ਸੀ। ਕਹਿੰਦੇ ਵੀ ਮੈਂ ਉਹਨੂੰ ਕਿਹਾ ਵੀ ਜੇ ਇਸ ਰਜਿਸਟਰ ਦੇ ਉੱਤੇ ਹਾਜ਼ਰੀ ਲੱਗਦੀ ਹੈ ਨਾ, ਅਤੇ ਕਹਿੰਦੇ ਵੀ ਮੈਨੂੰ ਥੋੜ੍ਹਾ ਜਿਹਾ ਹਾਜ਼ਰੀ ਵਾਲਾ ਰਜਿਸਟਰ ਤਾਂ ਦਿਖਾ ਦੇ ਵੀ ਮੈਂ ਦੇਖਣਾ ਚਾਹੁੰਦਾ ਵੀ ਪਿਛਲੇ ਮਹੀਨੇ ਜਦ ਮੈਂ ਛੁੱਟੀ ਗਿਆ ਸੀ ਅਤੇ ਮੇਰੀਆਂ ਹਾਜ਼ਰੀਆਂ ਸਹੀ ਲੱਗੀਆਂ ਹੈਗੀਆਂ। ਜਦ ਕਿ ਇੰਨੀ ਗੱਲ ਹੋਈ ਤਾਂ ਉਹ ਕਹਿੰਦਾ ਅਫਸਰ ਜਿਹੜਾ ਸੀ ਮੇਰਾ ਮਿੱਤਰ ਮੈਨੂੰ ਕਹਿਣ ਲੱਗੇ ਵੀ ਦਿਖਾ ਤਾਂ ਤੈਨੂੰ ਦਿੰਦਾ ਹੈਗਾ, ਪਰ ਕਹਿੰਦੇ ਮੈਂ ਚੋਰੀ ਦਿਖਾਊਂਗਾ ਕਿਉਂਕਿ ਮੈਂ ਕਿਸੇ ਦੇ ਸਾਹਮਣੇ ਨਹੀਂ ਦਿਖਾ ਸਕਦਾ। ਖੈਰ ਫੌਜੀ ਸਾਹਿਬ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਤੂੰ ਇੰਨੇ ਵਜੇ ਆ ਜਾਈਂ। ਕਹਿੰਦੇ ਜਦੋਂ ਮੈਂ ਇੰਨੇ ਵਜੇ ਗਿਆ ਅਤੇ ਮੈਨੂੰ ਕਹਿੰਦੇ ਵੀ ਉਹ ਹਾਜ਼ਰੀ ਵਾਲਾ ਰਜਿਸਟਰ ਪਿਆ ਹੈਗਾ, ਚੁੱਪ ਕਰਕੇ ਹੁਣੇ ਕਹਿੰਦੇ ਫੋਲ ਕੇ ਦੇਖ ਲਾ, ਪਰ ਜ਼ਿਆਦਾ ਟਾਈਮ ਨਾ ਲਈ। ਫਿਰ ਫੌਜੀ ਸਾਹਿਬ ਕਹਿੰਦੇ ਕਿ ਮੈਂ ਦੇਖਣਾ ਤਾਂ ਇਹੀ ਸੀ ਵੀ ਜਿੱਥੇ ਮੇਰੀ ਗੈਰ ਹਾਜ਼ਰੀ ਸੀ 20 ਤੋਂ ਲੈ ਕੇ 24-25 ਤਰੀਕ ਤੱਕ ਵੀ ਉੱਥੇ ਐਬਸੈਂਟ ਲੱਗਣੀ ਸੀ, ਇਹ ਲੱਗਾ ਹੋਣਾ ਹੈਗਾ, ਅਤੇ ਕਹਿੰਦੇ ਵੀ ਮੈਂ ਬਸ ਇਹੋ ਹੀ ਚੈੱਕ ਕਰਨਾ ਸੀਗਾ। ਪਰ ਕਹਿੰਦੇ ਵੀ ਜਦੋਂ ਮੈਂ ਉਹ ਰਜਿਸਟਰ ਚੈੱਕ ਕੀਤਾ ਤਾਂ ਫੌਜੀ ਸਾਹਿਬ ਕਹਿਣ ਲੱਗੇ ਕਿ ਮੇਰੇ ਪੈਰਾਂ ਦੇ ਥੱਲਿਓਂ ਜ਼ਮੀਨ ਹਿੱਲ ਗਈ, ਮੈਂ ਹੱਕਾ ਬੱਕਾ ਹੋ ਗਿਆ। ਮੈਂ ਕੀ ਦੇਖਿਆ ਕਿ 20 ਤਰੀਕ ਤੋਂ ਲੈ ਕੇ ਹੁਣ ਤੱਕ ਕਹਿੰਦੇ ਕਿਤੇ ਵੀ ਕੋਈ ਐਬਸੈਂਟ ਨਹੀਂ ਸੀ ਲੱਗੀ, ਸਾਰੀ ਜਗ੍ਹਾ ਪੀ ਪ੍ਰੈਜੈਂਟ ਲੱਗਾ ਹੋਇਆ ਸੀਗਾ। 20, 21, 22, 23, 24, 25 ਕਹਿੰਦੇ ਵੀ ਮੈਂ ਹੈਰਾਨ ਹੋ ਗਿਆ। ਜਦ ਕਹਿੰਦੇ ਹੈਰਾਨ ਹੋ ਗਿਆ, ਪਰ ਇਹ ਗੱਲ ਜਿਹੜੀ ਸੀ ਮੈਂ ਅੰਦਰ ਹੀ ਕਹਿੰਦੇ ਅਸ਼ੋਭਲੇ ਜਿਹੇ ਦੱਬ ਲਈ। ਪਰ ਮੈਨੂੰ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਦਰਸ਼ਨ ਦਿਦਾਰਾਂ ਦੀ ਝਲਕ ਸੀਗੀ, ਕਹਿੰਦੇ ਮੇਰੀਆਂ ਅੱਖਾਂ ਦੇ ਮੂਹਰੋਂ ਦੀ ਗੁਜ਼ਰ ਗਈ ਕਿ ਮਹਾਂਪੁਰਖਾਂ ਮੈਨੂੰ ਆਖਿਆ ਸੀਗਾ ਕਿ ਆਪਣੇ ਮੂੰਹ ਦੇ ਵਿੱਚ ਰਸਨਾ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰੀ, ਕਿਸੇ ਨਾਲ ਕੋਈ ਗੱਲ ਸਾਂਝੀ ਨਾ ਕਰੀ ਅਤੇ ਗੁਰੂ ਭਲੀ ਕਰਨਗੇ। ਕਹਿੰਦੇ ਕਲਾ ਜਿਹੜੀ ਪ੍ਰਤੱਖ ਹੋ ਗਈ ਅਤੇ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਜਿਹੜੇ ਅਸਲ ਸੰਤ ਹੈਗੇ ਸੰਸਾਰ ਦੇ ਅੰਦਰ ਉਹ ਸ਼ੋਭਲੇ ਰਹਿੰਦੇ ਆ, ਪਰ ਜਦੋਂ ਉਹਨਾਂ ਦੀ ਕੋਈ ਕਰਤੂਤ ਵਰਤਾਰਾ ਕਹਿੰਦੇ ਵੀ ਸਾਡੇ ਸਾਹਮਣੇ ਆਉਂਦਾ
ਫਿਰ ਸਾਨੂੰ ਅਸਲ ਸੰਤ ਤੇ ਨਕਲ ਸੰਤ ਦੀ ਪਹਿਚਾਣ ਸਹਿਜ ਦੇ ਵਿੱਚ ਹੀ ਹੋ ਜਾਂਦੀ ਆ। ਸੋ ਧੰਤਾ ਯੋਗ ਹੈ ਐਸੇ ਮਹਾਂਪੁਰਖ ਜਿਹੜੇ ਦੁਨੀਆ ਦੇ ਵਿੱਚ ਛੋਪਲੇ ਰਹਿ ਕੇ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿੰਦੇ ਆ, ਪਰ ਉਹਨਾਂ ਨੂੰ ਇਸ ਗੱਲ ਦੀ ਭਿਣਕ ਨਹੀਂ ਪੈਣ ਦਿੰਦੇ, ਕਿਉਂਕਿ ਸਾਰੀ ਗੱਲਬਾਤ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਉੱਤੇ ਛੱਡ ਦਿੰਦੇ ਆ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੋਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।